गुरु प्यारे सतसंगी जनों, प्यार सहित बुलाई फतेह प्रवान करो जी। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸਿਲੇਬਸ ਮੁਤਾਬਕ ਅਸੀਂ ਹੌਲੀ ਹੌਲੀ ਅੱਗੇ ਵਧ ਰਹੇ ਹਾਂ। ਕੱਲ ਆਪ ਜੀ ਨੇ ਸਤਿਕਾਰਯੋਗ ਵੀਰ ਜੀ ਹੋਣਾ ਪਾਸੋਂ ਬੜੇ ਪਿਆਰ ਦੇ ਨਾਲ ਆਨੰਦ ਸਾਹਿਬ ਜੀ ਦੇ ਮੁੱਖ ਵਿਸ਼ੇ ਦੇ ਉੱਤੇ ਵਿਚਾਰਾਂ ਸਰਵਣ ਕੀਤੀਆਂ ਸਨ। ਆਪ ਜੀ ਨੇ ਸਤਿਕਾਰਯੋਗ ਹਰਮਿੰਦਰ ਸਿੰਘ ਬੁਲਬੁਲ ਵੀਰ ਜੀ ਪਾਸੋਂ 6 ਪੌੜੀਆਂ ਆਨੰਦ ਸਾਹਿਬ ਜੀ ਦਾ ਸ਼ੁੱਧ ਉਚਾਰਨ ਸਰਵਣ ਕੀਤਾ ਸੀ ਤੇ ਅਰਥ ਸਰਵਣ ਕੀਤੇ ਸਨ, ਕਿਉਂਕਿ ਪੇਪਰ ਦੇ ਵਿੱਚ ਜ਼ਿਆਦਾਤਰ ਪਦ ਅਰਥ ਜਾਂ ਭਾਵਾਰਥ ਆਉਣਗੇ। ਇਸ ਕਰਕੇ ਅਸੀਂ ਇਹ ਸੋਚਿਆ ਹੈ ਕਿ ਅਰਥਾਂ ਸਹਿਤ ਜਿਹੜਾ ਸਿਲੇਬਸ ਹੈ ਉਹ ਪੂਰਾ ਕਰਾਇਆ ਜਾਵੇ। ਸੋ ਅੱਜ ਦੇ ਪਾਠ ਦੀ ਸੇਵਾ ਸਾਡੇ ਨਾਲ ਨਿਭਾ ਰਹੇ ਨੇ ਬੀਬੀ ਰਮਨਪ੍ਰੀਤ ਕੌਰ ਜੀ। ਉਹਨਾਂ ਨੂੰ ਬੇਨਤੀ ਹੈ ਕਿ ਉਹ ਅੱਜ 7ਵੀਂ ਪੌੜੀ ਦਾ ਪਾਠ ਆਪ ਜੀ ਨੂੰ ਪੜ੍ਹ ਕੇ ਸੁਣਾਉਣਗੇ, ਫਿਰ ਆਪਾਂ ਅਰਥ ਵਿਚਾਰ ਕਰਦੇ ਹਾਂ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਬਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸਚੈ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਹਾਂਜੀ। ਸੋ ਸਭ ਤੋਂ ਪਹਿਲਾਂ ਇਹਦਾ ਉਚਾਰਨ ਕਰਨਾ ਹੈਗਾ, ਧਿਆਨ ਰੱਖਣਾ ਹੈਗਾ ਕਿ ਅਸੀਂ ਜਿੱਥੇ ਦੁਲਾਵਾਂ ਉਚਾਰਨ ਕੀਤੀਆਂ ਹੋਈਆਂ ਉੱਥੇ ਦੁਲਾਵਾਂ ਦਾ ਹੀ ਪਾਠ ਕਰਨਾ ਹੈ, ਜਿੱਥੇ ਲਾਂ ਉਚਾਰਨ ਕੀਤੀ ਹੈ ਉਸ ਦਾ ਲਾਂ ਦਾ ਹੀ ਪਾਠ ਕਰਨਾ ਹੈ। ਕਹੇ ਆਨੰਦ ਇਹਦਾ ਪਾਠ ਦਾ ਉਚਾਰਨ ਆਪਾਂ ਨੇ ਨਹੀਂ ਕਰਨਾ। ਕਹਿ ਨਾਨਕ ਇਹ ਆਨੰਦ ਹੈ, ਕਹੇ ਨਹੀਂ ਪੜਨਾ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਠੀਕ ਹੈ। ਇਹਦਾ ਜਿਹੜਾ ਆਰੰਭਕ ਹੈ ਉੱਥੇ ਵੀ ਐੜੇ ਨੂੰ ਕੰਨਾ ਲੱਗਿਆ ਹੋਇਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਭੈਣ ਜੀ ਨੇ ਇਹ ਪਾਠ ਠੀਕ ਕੀਤਾ ਹੈ, ਨਹੀਂ ਤੇ ਆਮ ਕਰਕੇ ਜਿਹੜਾ ਇਸ ਨੂੰ ਆਨੰਦ ਆਨੰਦ ਸਭ ਕੋ ਕਹਿ ਕਾਲੀ ਵਿੱਚ ਪੜ੍ਹ ਲਿਆ ਜਾਂਦਾ ਹੈ। ਕਾਲੀ ਨਾਲ ਪੜ੍ਹਨ ਦੀ ਲੋੜ ਨਹੀਂ ਹੈ, ਬੜੇ ਪਿਆਰ ਨਾਲ ਬਾਣੀ ਨੂੰ ਪੜ੍ਹਨਾ ਹੈ, ਬੜੇ ਸਹਿਜ ਭਾਵ ਵਿੱਚ ਪੜ੍ਹਨਾ ਹੈਗਾ। ਸੋ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਆਖਣ ਨੂੰ ਤਾਂ ਹਰ ਕੋਈ ਆਖ ਦਿੰਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ, ਪਰ ਅਸਲ ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ। ਠੀਕ ਹੈ ਜੀ। ਆਨੰਦ ਗੁਰੂ ਤੇ ਜਾਣਿਆ, ਬਿਲਕੁਲ ਸਪਸ਼ਟ ਇਹਦੇ ਅਰਥ ਨੇ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਹੇ ਪਿਆਰੇ ਭਾਈ, ਅਸਲ ਆਨੰਦ ਦੀ ਸੂਝ ਸਦਾ ਗੁਰੂ ਤੋਂ ਹੀ ਮਿਲਦੀ ਹੈ। ਉਹ ਮਨੁੱਖ ਅਸਲ ਆਨੰਦ ਨਾਲ ਸਾਂਝ ਪਾਉਂਦਾ ਹੈ ਜਿਸ ਉੱਤੇ ਗੁਰੂ ਕਿਰਪਾ ਕਰਦਾ ਹੈਗਾ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਕਿਲਵਿਖ ਦਾ ਜੋ ਪਦ ਅਰਥ ਹੈ ਉਹ ਹੈ ਪਾਪ। ਠੀਕ ਹੈ। ਕਿਲਵਿਖ ਦੇ ਜੇ ਖੱਖੇ ਨੂੰ ਲੱਗਿਆ ਹੁੰਦਾ ਔਂਕੜ, ਫਿਰ ਹੋਣਾ ਸੀ ਇੱਕ ਪਾਪ, ਤੇ ਕਿਲਵਿਖ ਦਾ ਖੱਖਾ ਹੈਗਾ ਮੁਕਤਾ, ਇੱਥੇ ਹੈ ਬਹੁਤ ਸਾਰੇ ਪਾਪ। ਠੀਕ ਹੈ ਜੀ। ਕੱਟੇ ਕੱਟੇ ਗਏ ਜਾਂ ਕੱਟ ਦਿੰਦਾ ਹੈ। ਗਿਆਨ ਅੰਜਨ, ਗਿਆਨ ਅੰਜਨ ਦਾ ਅਰਥ ਹੁੰਦਾ ਹੈ ਗਿਆਨ ਦਾ ਸੁਰਮਾ। ਠੀਕ ਹੈ ਜੀ। ਗੁਰੂ ਮਿਹਰ ਕਰਕੇ ਉਸ ਦੇ ਅੰਦਰੋਂ ਪਾਪ ਕੱਟ ਦਿੰਦਾ ਹੈ ਤੇ ਉਸ ਦੀਆਂ ਵਿਚਾਰ ਅੱਖਾਂ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਸੁਰਮਾ ਪਾ ਦਿੰਦਾ ਹੈਗਾ। ਅੰਦਰੋਂ ਜਿਨ ਕਾ ਮੋਹ ਟੁੱਟਾ,
ਤਿਨਕਾ ਸ਼ਬਦ ਸੱਚੈ ਸਵਾਰਿਆ। ਕਈ ਹੋ ਸਕਦਾ ਹੈ ਕਿ ਪਹਿਲੀ ਵਾਰ ਬਾਣੀ ਪੜ੍ਹ ਰਹੇ ਹੋਣ ਜਾਂ ਉਹਨਾਂ ਨੇ ਸੰਥਿਆ ਨਹੀਂ ਲਈ ਹੋਵੇ, ਤਾਂ ਉਹ ਇਹਦਾ ਅੰਦਰ ਪਾਠ ਵੀ ਕਰ ਸਕਦੇ ਨੇ। ਇਸ ਦਾ ਅੰਦਰ ਪਾਠ ਨਹੀਂ ਕਰਨਾ ਹੈ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ। ਠੀਕ ਹੈ, ਅੰਦਰੋਂ ਮਨ ਵਿੱਚੋਂ। ਇਹਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ ਜਾਂ ਟੁੱਟ ਜਾਂਦਾ ਹੈ, ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦਿੰਦਾ ਹੈਗਾ ਹੈ ਜਾਂ ਸਵਾਰ ਦਿੰਦਾ ਹੈਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਪਾਤਸ਼ਾਹ ਕਹਿੰਦੇ ਨੇ ਇਹ ਆਨੰਦ ਹੈ, ਅਸਲ ਆਤਮਿਕ ਆਨੰਦ ਇਹ ਹੈ ਕਿ ਮਨੁੱਖ ਦਾ ਖਰਵਾਂ ਤੇ ਨਿੰਦਾ ਆਦਿਕ ਵਾਲਾ ਸੁਭਾਅ ਹੀ ਨਹੀਂ ਰਹਿੰਦਾ ਹੈਗਾ। ਭਾਵ ਉਹਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ। ਆਨੰਦ ਦੀ ਪ੍ਰਾਪਤੀ ਸਤਿਗੁਰੂ ਨੂੰ ਮਿਲ ਕੇ ਹੀ ਹੋ ਸਕਦੀ ਹੈ। ਅਸੀਂ ਇੱਥੇ ਮੈਂ ਰੁਕ ਕੇ ਬੇਨਤੀ ਕਰਦੇ ਹਾਂ ਕਿ ਜਦੋਂ ਰੱਬੀ ਬਾਣੀ ਪੜ੍ਹਦੇ ਆ ਨਾ, ਤਾਂ ਰੱਬੀ ਬਾਣੀ ਵਿੱਚ ਸੱਚ ਜਾਣਨਾ, ਜੋ ਗੁਰੂ ਦੀ ਡੈਫੀਨੇਸ਼ਨ ਦੱਸੀ ਹੈ ਨਾ, ਉਹ ਬੜੀ ਪਿਆਰੀ ਦੱਸੀ ਹੈ। ਐਵੇਂ ਹੀ ਕਈ ਲੋਕ ਭੁਲੇਖਾ ਖਾ ਜਾਂਦੇ ਨੇ ਕਿ ਅਸੀਂ ਤਾਂ ਫਲਾਣੇ ਨੂੰ ਗੁਰੂ ਧਾਰਨ ਕਰ ਲਿਆ, ਅਸੀਂ ਫਲਾਣੇ ਬਾਬਾ ਜੀ ਤੋਂ ਬੜਾ ਸੁੱਖ ਲੈ ਲਿਆ, ਸਾਨੂੰ ਉੱਧਰੋਂ ਬੜਾ ਸੁੱਖ ਮਿਲਦਾ ਹੈ। ਪਰ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਪੜ੍ਹਦੇ ਆ, ਜਿਵੇਂ ਇੱਥੇ ਬਿਲਕੁਲ ਸਾਫ਼ ਲਿਖਿਆ ਵੀ ਆਨੰਦ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈਗਾ, ਗੁਰੂ ਤੋਂ ਜਾਣਿਆ ਜਾਂਦਾ ਹੈਗਾ। ਉੱਥੇ ਰੱਬੀ ਬਾਣੀ ਵਿੱਚ ਸਤਿਗੁਰੂ ਜ਼ਿਕਰ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨਸ ਜਾਏ ਸੋ ਪਰਮ ਪਦ ਲਈਐ। ਕਹਿਣ ਲੱਗੇ ਜਿਸ ਨੂੰ ਮਿਲ ਕੇ ਮਨ ਜਿਹੜਾ ਹੈ ਉਹ ਆਨੰਦ ਨਾਲ ਭਰਪੂਰ ਹੋ ਜਾਏ, ਜੀਵਨ ਆਨੰਦਿਤ ਹੋ ਜਾਏ, ਜੀਵਨ ਸਹਿਜ ਵਿੱਚ ਟਿਕ ਜਾਏ, ਜੀਵਨ ਵਿੱਚੋਂ ਨਿੰਦਿਆ, ਚੁਗਲੀ, ਦਵੈਸ, ਖਰਮਾਪਨ ਖਤਮ ਹੋ ਜਾਏ। ਜਿਸ ਗੁਰੂ ਨੂੰ ਮਿਲਿਆ, ਸਤਿਗੁਰੂ ਕਹਿੰਦੇ ਨੇ, ਫਿਰ ਦੁਬਦਾ ਦਾ ਨਾਸ ਹੋ ਜਾਏ, ਦੁਬਦਾ ਖਤਮ ਹੋ ਜਾਏ, ਪਰਮ ਪਦਵੀ ਪ੍ਰਾਪਤ ਹੋਵੇ, ਉੱਚ ਆਤਮਿਕ ਦਰਜਾ ਹਾਸਲ ਹੋਵੇ, ਉਸ ਨੂੰ ਸਤਿਗੁਰੂ ਕਹੀਦਾ ਹੈਗਾ। ਸੋ ਐਵੇਂ ਨਹੀਂ ਜਣੇ ਖਣੇ ਦੇ ਅੱਗੇ ਝੁਕ ਜਾਣਾ। ਇਹ ਕਸਵੱਟੀ ਹੈ, ਜਿਹੜੀ ਕਸਵੱਟੀ ਸਾਨੂੰ ਬਾਣੀ ਨੇ ਬਖਸ਼ਿਸ਼ ਕੀਤੀ ਹੈ। ਅੱਗੇ ਚੱਲਦੇ ਹਾਂ ਜੀ, ਅਗਲੀ ਪੌੜੀ ਦਾ ਪਾਠ ਸਰਵਣ ਕਰਦੇ ਹਾਂ। ਹਾਂਜੀ ਹਾਂਜੀ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਭੂਲੇ ਫਿਰੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਪਿਆ ਨਿਰਮਲ, ਜਿੰਨਾ ਪਾਣਾ ਭਾਵੇ। ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰਿਓ ਅਖਤ ਕੀ ਕਰੇ ਕਹਾਣੀ, ਪੌੜੀ ਕਰਾ ਵਿੱਚ ਕਹਾਣੀ ਅਖਤ ਕੇਰੀ, ਕਿਤ ਦੁਆਰੇ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ, ਕਥਿਓ ਅਖਤ ਕਹਾਣੀ। ਹਾਂਜੀ ਹਾਂਜੀ, ਆਪਾਂ ਇੱਕ ਇੱਕ ਪੌੜੀ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਵਿਚਾਰਦੇ ਹੈਗੇ ਆ। ਸੋ ਉਸ ਅੱਗੇ ਪੌੜੀ ਜਿਹੜੀ ਪੜ੍ਹੀ ਗਈ ਹੈ, ਬਾਬਾ ਜਿਸ ਤੂੰ ਦੇਹ ਸੋਈ ਜਨ ਭਾਵੈ। ਕਈ ਇਹਨੂੰ ਬਾਬਾ ਪੜ੍ਹ ਲੈਂਦੇ ਨੇ ਛੇਤੀ ਵਿੱਚ, ਬਾਬਾ ਪੜ੍ਹ ਲੈ। ਬਾਬਾ, ਹੇ ਬਾਬਾ, ਹੇ ਪ੍ਰਭੂ। ਇੱਥੇ ਬਾਬਾ ਸ਼ਬਦ ਪ੍ਰਭੂ ਵਾਸਤੇ ਆਇਆ, ਹਰੀ ਵਾਸਤੇ ਆਇਆ। ਜਿਸ ਤੂੰ ਦੇਹ ਸੋਈ ਜਨ ਭਾਵੈ, ਦੇਹ ਦਾ ਉਚਾਰਨ ਕਰਨਾ ਹੈਗਾ। ਗੁਰੂ ਸਾਹਿਬ ਕਹਿੰਦੇ ਨੇ, ਜਿਸ ਮਨੁੱਖ ਨੂੰ ਤੂੰ ਆਤਮਿਕ ਆਨੰਦ ਦੀ ਦਾਤ ਦਿੰਦਾ ਹੈ, ਉਹ ਪ੍ਰਾਪਤ ਕਰਦਾ ਹੈ। ਪਾਵੈ ਤਾਂ ਸੋ ਜਨ, ਦੇਹ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਕਰਹਿ ਦਾ ਉਚਾਰਨ ਕਰਨਾ ਹੈ। ਹੋਰ ਵਿਚਾਰਿਆ ਦਾ ਅਰਥ ਹੈ ਹੋਰ ਵਿਚਾਰੇ ਜੀ। ਕਿਆ ਕਰਹਿ, ਕੀ ਕਰ ਸਕਦੇ ਹਨ।
ਮਾਇਆ ਅੱਗੇ ਉਹਨਾਂ ਦੀ ਭਾਵ ਪੇਸ਼ ਨਹੀਂ ਜਾਂਦੀ ਹੈ। ਗੁਰਦੇਵ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਹੀ ਮਨੁੱਖ ਇਸ ਦਾਤ ਨੂੰ ਮੰਨਦਾ ਹੈ, ਆਨੰਦ ਦੀ ਦਾਤ ਨੂੰ, ਆਤਮਿਕ ਅਡੋਲਤਾ ਜਾਂ ਸਹਿਜ ਵਾਲਾ ਅਸੀਂ ਕੁਝ ਵੀ ਕਹਿ ਲਈਏ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹੀ ਮਨੁੱਖ ਇਸ ਦਾਤ ਨੂੰ ਮੰਨਦਾ ਹੈ ਜਿਸ ਨੂੰ ਤੂੰ ਦਿੰਦਾ ਹੈ। ਹੋਰਨਾਂ ਵਿਚਾਰਿਆਂ ਦੀ ਮਾਇਆ ਦੀ ਹੜ ਅੱਗੇ, ਮਾਇਆ ਦੇ ਬਹਾਵ ਅੱਗੇ ਕੋਈ ਪੇਸ਼ ਨਹੀਂ ਜਾਂਦੀ ਹੈ। ਇੱਕ ਭਰਮ ਭੁੱਲੇ ਫਿਰ ਦਹਾਂ ਦਿਸ, ਦਹਾਂ ਥੋੜਾ ਜਿਹਾ ਕੰਨੇ ਵੱਲ, ਦਸਾਂ ਦਿਸ਼ਾਵਾਂ ਵੱਲ, ਇੱਕ ਨਾਮ ਲਾਗ ਸਵਾਰਿਆ। ਇੱਕ ਦਾ ਸਰੂਪ ਤੁਸੀਂ ਇੱਥੇ ਵੇਖੋ, ਜਿਨ੍ਹਾਂ ਕੋਲ ਖੁੱਲਾ ਹੋਇਆ ਗੁਟਕਾ ਸਾਹਿਬ ਜਾਂ ਨਿਤਨੇਮ ਦਾ ਜੋ ਸਟੀਕ ਅਸੀਂ ਭੇਜਿਆ ਸੀਗਾ, ਇੱਕ ਦੇ ਕੱਕੇ ਨੂੰ ਸਿਹਾਰੀ ਹੈ। ਇੱਥੇ ਇੱਕ ਅਰਥ ਹੈ ਕਈ ਬੰਦੇ, ਕਈ ਮਨੁੱਖ। ਜਦੋਂ ਇੱਕ ਦਾ ਕੱਕਾ ਔਂਕੜ ਸਹਿਤ ਆਏਗਾ, ਈੜੀ, ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ, ਫਿਰ ਇਹ ਇੱਕ ਵਚਨ ਪੁਲਿੰਗ ਵਾਸਤੇ ਆਏਗਾ। ਇਹਦਾ ਅਰਥ ਹੋਏਗਾ ਕੇਵਲ ਇੱਕ। ਪਰ ਜਦੋਂ ਈੜੀ, ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਕੋਈ ਮਾਤਰਾ ਨਾ ਹੋਵੇ, ਕੱਕਾ ਮੁਕਤਾ ਹੋਵੇ, ਫਿਰ ਉਸ ਦਾ ਅਰਥ ਹੋਏਗਾ ਇਸਤਰੀ ਲਿੰਗ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਠੀਕ ਹੈ, ਉੱਥੇ 부ਝਾਈ ਦਾ ਅਰਥ ਹੈ ਸਿੱਖਿਆ। ਹੇ ਵਾਹਿਗੁਰੂ ਜੀ, ਹੇ ਗੁਰੂ ਜੀ, ਮੈਨੂੰ ਇੱਕ ਸਮਝ ਬਖਸ਼ਿਸ਼ ਕਰੋ, ਸਿੱਖਿਆ, ਸੋਝੀ ਦਿਓ। ਤਾਂ ਉਹ ਇਸਤਰੀ ਲਿੰਗ ਹੈਗਾ, ਇਸ ਕਰਕੇ ਉੱਥੇ ਕੱਕਾ ਮੁਕਤਾ ਹੈਗਾ। ਜਦੋਂ ਕੱਕੇ ਨੂੰ ਸਿਹਾਰੀ ਆ ਗਈ, ਫਿਰ ਇਹਦਾ ਅਰਥ ਹੋਏਗਾ ਕਈ ਲੋਕ, ਬਹੁਤ ਸਾਰੇ। ਠੀਕ ਹੈ, ਸੋ ਇੱਥੇ ਹੈ ਇੱਕ ਭਰਮ ਭੁੱਲੇ ਫਿਰੇ ਹੈ, ਫਿਰੇ ਨਹੀਂ ਇਹਨੂੰ ਪੜਨਾ, ਫਿਰ ਹੈ ਦਹ ਦਿਸ, ਇੱਕ ਨਾਮ ਲਾਗ ਸਵਾਰਿਆ। ਕਈ ਬੰਦੇ ਮਾਇਆ ਦੀ ਭਟਕਣਾ ਵਿੱਚ ਅਸਲ ਰਸਤੇ ਤੋਂ ਭੁੱਲੇ ਹੋਏ ਦਸੀਂ ਪਾਸੀ ਦੌੜਦੇ ਫਿਰਦੇ ਹਨ। ਦਸਾਂ ਦਿਸ਼ਾਵਾਂ ਵਿੱਚ ਕਈ ਭਾਗਾਂ ਵਾਲਿਆਂ ਨੂੰ ਤੂੰ ਆਪਣੀ ਨਾਮ ਵਿੱਚ ਜੋੜ ਕੇ ਉਹਨਾਂ ਦਾ ਜਨਮ ਸਵਾਰ ਦਿੰਦਾ ਹੈ। ਇਹ ਬਖਸ਼ਿਸ਼ ਹੀ ਹੈ ਉਸਦੀ ਕਿ ਉਹ ਆਪਣੇ ਨਾਲ ਜੋੜ ਲੈਂਦਾ, ਕਈਆਂ ਦਾ ਜੀਵਨ ਸਵਾਰ ਦਿੱਤਾ, ਕਈ ਭਟਕਦੇ ਨੇ। ਠੀਕ ਹੈ, ਪਰ ਇਹ ਸਾਰਾ ਕੁਝ ਇਹ ਉਹੀ ਵਿਚਾਰ ਹੈ, ਇੱਕ ਨਾ ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਨਾ ਹੁਕਮੀ ਬਖਸ਼ਿਸ਼। ਠੀਕ ਹੈ, ਉੱਥੇ ਵੀ ਜਿਹੜਾ ਹੈਗਾ ਉਹ ਸਰੂਪ ਤੁਸੀਂ ਵੇਖ ਲੈਣਾ, ਇਹੀ ਅਰਥ ਬਣਦੇ ਨੇ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ। ਭਾਣਾ ਦਾ ਇੱਥੇ ਅਰਥ ਹੈ ਰਜ਼ਾ। ਇਸ ਤਰ੍ਹਾਂ ਤੇਰੀ ਮਿਹਰ ਨਾਲ ਜਿਨ੍ਹਾਂ ਨੂੰ ਤੇਰੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਤੇ ਉਹ ਆਤਮਿਕ ਆਨੰਦ ਮਾਣਦੇ ਹਨ। ਫਿਰ ਗੁਰਦੇਵ ਕਹਿੰਦੇ ਨੇ ਕਹਿ ਨਾਨਕ। ਵੇਖੋ, ਜਿੱਥੇ ਲਾ ਹੋਏਗੀ ਉੱਥੇ ਕਹੇ, ਔਰ ਜਿੱਥੇ ਦੁਲਾਵਾ ਹੈ ਉੱਥੇ ਕਹਿ। ਵੈਸੇ ਮੈਨੂੰ ਜਿੱਥੋਂ ਤੱਕ ਯਾਦ ਹੈ, ਹੋ ਸਕਦਾ ਮੈਂ ਕੋਈ ਭੁੱਲ ਕਰ ਰਿਹਾ ਹੋਵਾਂ, ਪਰ ਜਦੋਂ ਆਨੰਦ ਸਾਹਿਬ ਦੇ ਵਿੱਚ ਨਾ ਜ਼ਿਆਦਾਤਰ ਕਹਿ ਨਾਨਕ ਹੀ ਆਇਆ, ਹੋਰ ਵੀ ਥਾਂ ਤੇ ਗੁਰਬਾਣੀ ਦੇ ਵਿੱਚ ਕਹੇ ਨਾਨਕ ਕਿਸੇ ਥਾਂ ਤੇ ਵੀ ਨਹੀਂ ਆਇਆ, ਜ਼ਿਆਦਾਤਰ ਕਹਿ ਨਾਨਕ ਹੀ ਆਏਗਾ ਜਦੋਂ ਕਹਿ ਸ਼ਬਦ ਨਾਨਕ ਨਾਲ ਆਏਗਾ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਭਾਵੇ। ਪਰ ਨਾਨਕ ਆਖਦਾ ਹੈ ਕਿ हे ਪ੍ਰਭੂ, ਜਿਸ ਨੂੰ ਤੂੰ ਆਤਮਿਕ ਆਨੰਦ ਦੀ ਦਾਤ ਬਖਸ਼ਦਾ ਹੈ, ਉਹੀ ਇਸ ਨੂੰ ਮਾਣ ਸਕਦਾ ਹੈ। ਸੋ ਗੁਰੂ ਸਵਾਰਿਓ, ਅੱਗੇ ਭੈਣ ਜੀ ਨੇ ਇੱਕ ਪੌੜੀ ਹੋਰ ਪੜ੍ਹੀ ਹੈ, ਆਪਹੁ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ। ਠੀਕ ਹੈ, ਅਕਥ ਦੇ ਉੱਤੇ ਅਦਕ ਲੱਗੇਗੀ, ਅਕਥ ਹੋ ਜਾਏਗਾ ਨਹੀਂ ਤਾਂ। ਸੋ ਧਿਆਨ ਰੱਖਣਾ ਹੈ ਕਿ ਅਕਥ ਦਾ ਅਰਥ ਹੈ ਜਿਸ ਦੇ ਸਾਰੇ ਗੁਣ ਬਿਆਨ ਨਾ ਕੀਤੇ ਜਾ ਸਕਣ। ਸਿਆਣੇ ਕਹਿੰਦੇ ਨੇ ਜਿਸ ਨੂੰ ਕਥਿਆ ਵੀ ਨਾ ਜਾ ਸਕੇ, ਬਿਆਨ ਨਾ ਕੀਤਾ ਜਾ ਸਕੇ। ਗੁਰਦੇਵ ਕਹਿੰਦੇ ਨੇ ਹੇ ਪਿਆਰੇ ਸੰਤ ਜਨੋ, ਆਓ ਅਸੀਂ ਰਲ ਕੇ ਬੇਅੰਤ ਗੁਣਾ ਵਾਲੇ ਪਰਮਾਤਮਾ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਕਰੀਏ। ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ, ਸੁਣਾਈਏ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। ਪਰ ਜੇ ਤੁਸੀਂ ਪੁੱਛੋ ਕਿ ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ, ਤਾਂ ਗੁਰਦੇਵ ਕਹਿੰਦੇ ਨੇ, ਜਵਾਬ ਦੇ ਰਹੇ ਨੇ ਕਿ ਕਿਤ ਦੁਆਰਾ ਪਾਈਐ। ਤੇ ਗੁਰਦੇਵ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ
ਹੁਕਮ ਮੰਨਿਐ ਪਾਈਐ। ਊੜੇ ਨਾਲ ਥੋੜੀ ਜਿਹੀ ਬਿੰਦੀ ਲਗਾ ਦਾਂਗੇ ਤਾਂ ਹੋਰ ਸੌਂਪ ਦਾ ਉਚਾਰਨ ਜਿਹੜਾ ਹੈ ਸਾਫ਼ ਹੋ ਜਾਏਗਾ ਔਰ ਗੱਲ ਸਮਝ ਆ ਜਾਏਗੀ। ਹਵਾਲੇ ਕਰ ਦਿਓ, ਉਹਨੂੰ ਸੌਂਪ ਦਿਓ ਗੁਰੂ ਨੂੰ। ਕੀ ਕੀ ਸੌਂਪਣਾ ਹੈ ਜੀ? ਆਪਣਾ ਤਨ, ਆਪਣਾ ਮਨ, ਆਪਣਾ ਧਨ, ਸਭ ਕੁਝ ਗੁਰੂ ਦੇ ਹਵਾਲੇ ਕਰ ਦਿਓ। ਇਸ ਤਰ੍ਹਾਂ ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪ੍ਰਮਾਤਮਾ ਮਿਲ ਪੈਂਦਾ ਹੈ ਜਾਂ ਮਿਲ ਜਾਂਦਾ ਹੈਗਾ। ਠੀਕ ਹੈ, ਸੋ ਇਹਦੇ ਵਿੱਚੋਂ ਸਵਾਲ ਬਣਦਾ ਹੈਗਾ, ਇਹ ਯਾਦ ਰੱਖਣਾ ਹੈ ਕਿ ਸਵਾਲ ਕਿਹੜਾ ਬਣਦਾ? ਕਿਤ ਦੁਆਰੇ ਪਾਈਐ, ਤੇ ਉਹਦਾ ਜਵਾਬ ਕੀ ਹੋਏਗਾ? ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਐ ਪਾਈਐ। ਹੁਕਮ ਮੰਨਹੁ ਗੁਰੂ ਕੇਰਾ, ਸੱਚੀ ਬਾਣੀ। ਇਹਨੂੰ ਗੁਰ ਪੜ ਲਿਆ ਜਾਂਦਾ ਹੈ, ਦੁਲੈਂਕੜ ਹੈਗਾ, ਗੁਰੂ ਪੜਨਾ ਹੈ। ਕੇਰਾ ਦਾ ਅਰਥ ਹੁੰਦਾ ਦਾ। ਸੋ ਸੰਤ ਜਨੋ ਗੁਰੂ ਦੇ ਹੁਕਮ ਉੱਤੇ ਤੁਰੋ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਗਾਇਆ ਕਰੋ। ਐ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਕਿ ਨਾਨਕ ਆਖਦਾ ਇਹ ਸੰਤ ਜਨੋ ਸੁਣੋ, ਉਸ ਨੂੰ ਮਿਲਣ ਦਾ ਅਤੇ ਆਤਮਿਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ ਉਸ ਅਕਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ। ਭਾਵ ਉਹਦੀ ਸਿਫਤ ਸਲਾਹ ਕਰਿਆ ਕਰੀਏ, ਉਹਦੀ ਬੰਦਗੀ ਕਰੀਏ। ਹਾਂਜੀ, ਅੱਗੇ ਆਪਾਂ ਪੌੜੀ ਦਾ ਪਾਠ ਸ਼ੁਰੂ ਕਰਦੇ ਹਾਂ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਬਿਲਕੁਲ ਠੀਕ ਹੈ ਜੀ। ਸੋ ਸੰਥਿਆ ਕਰਨ ਦਾ ਸਾਡਾ ਇਹੀ ਫਾਇਦਾ ਹੈ। ਦੇਖੋ ਕਈ ਵਾਰ ਕੋਈ ਚੀਜ਼ ਧਿਆਨ ਵਿੱਚ ਨਹੀਂ ਆਉਂਦੀ ਹੈ ਔਰ ਕਈ ਵਾਰ ਧਿਆਨ ਵਿੱਚ ਆ ਜਾਂਦੀ ਹੈ। ਹੁਣ ਭੈਣ ਜੀ ਨੇ ਬਿਲਕੁਲ ਦਰੁਸਤ ਪਾਠ ਕੀਤਾ ਹੈਗਾ ਔਰ ਜਿਹੜੀ ਹੈ ਉਹ ਪਕੜ ਵਿੱਚ ਆ ਗਈ ਹੈਗੀ ਹੈ ਕਿ ਕਿਸ ਤਰ੍ਹਾਂ ਪਾਠ ਕਰਨਾ। ਸੋ ਇੱਕ ਦੂਜੇ ਨਾਲ ਸੰਥਿਆ ਕਰਨ ਦਾ ਇਹੀ ਫਾਇਦਾ ਹੈਗਾ ਕਿ ਅਸੀਂ ਸਮਝ ਕੇ ਵਿਚਾਰ ਕੇ ਪਾਠ ਕਰੀਏ। ਗੁਰਦੇਵ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਹ ਚੰਚਲ ਮਨ ਚਲਾਕੀਆਂ ਨਾਲ ਕਿਸੇ ਨੇ ਵੀ ਆਤਮਿਕ ਆਨੰਦ ਹਾਸਲ ਨਹੀਂ ਕੀਤਾ ਹੈਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰੇ। ਕਹਿਣਗੇ ਹੇ ਮੇਰੇ ਮਨ ਤੂੰ ਧਿਆਨ ਨਾਲ ਸੁਣ ਲੈ ਕਿ ਕਿਸੇ ਜੀਵ ਨੇ ਵੀ ਚਤੁਰਾਈ ਨਾਲ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਨਹੀਂ ਕੀਤਾ ਹੈਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਕਹਿਣ ਲੱਗੇ ਅੰਦਰੋਂ ਮੋਹਣੀ ਮਾਇਆ ਵਿੱਚ ਵੀ ਫਸਿਆ ਰਹੇ ਤੇ ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਿਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ। ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿੱਚ ਫਸਾਉਣ ਲਈ ਬੜੀ ਡਾਢੀ ਹੈ। ਇਸ ਨੇ ਇਸ ਭੁਲੇਖੇ ਵਿੱਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ। ਇਸ ਤਰ੍ਹਾਂ ਕੁਰਾਹੇ ਪਾਈ ਰੱਖਦੀ ਹੈਗੀ ਹੈ, ਇਹ ਸਾਨੂੰ ਭਰਮ ਭੁਲੇਖਿਆਂ 'ਚ ਪਾਈ ਰੱਖਦੀ ਹੈ ਮਾਇਆ, ਕਿਉਂਕਿ ਇਹ ਮੋਹਣੀ ਹੈਗੀ ਹੈ। ਗੁਰਦੇਵ ਕਹਿੰਦੇ ਨੇ ਪਰ ਇਹ ਲਾਈ ਕਿਸਨੇ ਹੈ ਭਾਈ? ਮਾਇਆ ਤਾਂ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ। ਸੋ ਤਿੰਨੇ ਉਸ ਪ੍ਰਭੂ ਨੇ, ਜਿਸ ਪ੍ਰਭੂ ਨੇ, ਠਗੋਲੀ ਦਾ ਅਰਥ ਹੈ ਠੱਗ ਬੂਟੀ। ਪਰ ਜੀਵ ਦੇ ਵੀ ਕੀ ਵਸ, ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠੱਗ ਬੂਟੀ ਜੀਵਾਂ ਨੂੰ ਚੰਬੜੀ ਹੈ, ਉਸਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ। ਗੁਰਦੇਵ ਕਹਿੰਦੇ ਨੇ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਕੁਰਬਾਨ ਸਦਕੇ ਵਾਰਨੇ, ਵਿਟੋਂ ਦਾ ਅਰਥ ਹੁੰਦਾ ਤੋਂ। ਠੀਕ ਹੈ, ਸੋ ਹੇ ਮੇਰੇ ਮਨ ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ, ਤਦੋਂ ਹੀ ਇਹ ਮਿੱਠਾ ਮੋਹ ਮੁੱਕਦਾ ਹੈਗਾ। ਫਿਰ ਗੁਰਦੇਵ ਕਹਿੰਦੇ ਨੇ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ हे ਮੇਰੇ ਚੰਚਲ ਮਨ, ਚਤਰਾਈਆਂ ਨਾਲ ਕਿਸੇ ਨੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਨਹੀਂ ਪਾਇਆ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਵੀ ਆਨੰਦ ਤਾਂ ਦੂਰ ਦੀ ਗੱਲ, ਆਨੰਦ ਵੀ ਨਹੀਂ ਪ੍ਰਾਪਤ ਕਰਦਾ ਤੇ ਪਰਮਾਤਮਾ ਨੂੰ ਵੀ ਨਹੀਂ ਪ੍ਰਾਪਤ ਕਰ ਸਕਦਾ ਹੈਗਾ। ਸਤਿਗੁਰੂ ਕਹਿੰਦੇ ਨੇ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇੱਕ ਦੋ ਚਤਰਾਈਆਂ ਤਾਂ ਕਿ ਹਜ਼ਾਰਾਂ ਹੀ ਸਿਆਣਪਾਂ ਤੇਰੇ ਕੋਲ ਹੋਣ ਤਾਂ ਇੱਕ ਵੀ ਨਾਲ ਤੇਰੇ ਨਹੀਂ ਚੱਲਦੀ ਹੈਗੀ। ਸੋ ਆਓ ਜੀ ਅੱਗੇ ਪਾਠ ਸਰਵਣ ਕਰਦੇ ਹਾਂ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਏ ਕੁਟੰਬ ਤੁਝੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਵਾਹਿਗੁਰੂ। ਹਾਂਜੀ, ਵੇਖੋ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਗੱਲਾਂ ਹੋ ਰਹੀਆਂ ਜਿਵੇਂ ਕੱਲ ਵੀਰ ਜੀ ਦੱਸ ਰਹੇ ਸੀ ਨਾ ਵੀ ਗੱਲਾਂ ਕਰੀਏ ਇਸ ਮਨ ਨਾਲ, ਬਾਰ-ਬਾਰ ਮਨ ਨੂੰ ਸੰਬੋਧਨ ਕਰ ਰਹੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਪਾਤਸ਼ਾਹ ਕਹਿੰਦੇ ਨੇ ਹੇ ਮੇਰੇ ਪਿਆਰੇ ਮਨ, ਮੇਰੀ ਇੱਕ ਬੜੀ ਪਿਆਰੀ ਗੱਲ ਮੰਨ ਲੈ ਤੂੰ, ਜੇ ਤੂੰ ਸਦਾ ਆਤਮਿਕ ਆਨੰਦ ਲੋੜਦਾ ਹੈ ਨਾ, ਚਾਹੁੰਦਾ ਹੈ, ਤਾਂ ਕੀ ਕਰ, ਸੱਚੇ ਪ੍ਰਭੂ ਨੂੰ ਆਪਣੇ ਅੰਦਰ ਸਾਂਭ ਕੇ ਰੱਖ, ਉਹਨੂੰ ਸੰਭਾਲ ਲੈ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਆ ਜਿਹੜਾ ਪਰਿਵਾਰ ਤੂੰ ਵੇਖਦਾ ਹੈ ਨਾ, ਇਸ ਨੇ ਤੇਰੇ ਨਾਲ ਨਹੀਂ ਨਿਭਣਾ ਹੈ। ਪਾਓ ਇਹਦੇ ਵਿੱਚ ਬੈਕਫੁੱਟ ਤੇ ਕੀ ਕਹਿਣਾ ਚਾਹੁੰਦੇ ਗੁਰੂ ਸਾਹਿਬ? ਅੰਤਰੀਵ ਭਾਵ ਕੀ ਹੈਗਾ? ਅੰਤਰੀਵ ਭਾਵ ਹੈ ਵੀ ਆ ਕੁਟੁੰਬ ਦੇ ਮੋਹ ਨੂੰ ਤੂੰ ਸਾਮੀ ਬੈਠਾ ਆਪਣੇ ਹਿਰਦੇ ਵਿੱਚ, ਜਿਹੜੀ ਸਾਂਭਣ ਵਾਲੀ ਵਸਤੂ ਸੀ ਉਹ ਨਹੀਂ ਸਾਂਭੀ, ਵੀ ਮੋਹ ਤੂੰ ਸਾਮੀ ਬੈਠਾ ਹੈਗਾ। ਇਹ ਪਰਿਵਾਰ ਦਾ ਮੋਹ ਤੈਨੂੰ ਚਿੰਬੜਿਆ ਰਿਹਾ, ਪਰ ਰੱਬ ਨੂੰ ਸੰਭਾਲਣਾ ਸੀਗਾ, ਸੱਚ ਨੂੰ ਸੰਭਾਲਣਾ ਸੀਗਾ। ਸੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਇਸ ਪਰਿਵਾਰ ਦੇ ਮੋਹ ਵਿੱਚ ਕਿਉਂ ਫਸਦਾ ਹੈ? ਗੱਲ ਆ ਗਈ ਨਿਕਲ ਕੇ ਹੁਣ। ਇਸ ਨੇ ਤੇਰੇ ਨਾਲ ਤੋੜ ਸਦਾ ਸਾਥ ਨਹੀਂ ਨਿਭ ਸਕਣਾ ਹੈਗਾ। ਇਹ ਸਭ ਇੱਥੇ ਹੀ ਰਹਿ ਜਾਣੇ। ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭਿਓ ਸਾਥ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਮੂਲੇ ਨਾ ਕੀਚੈ ਬਿਲਕੁਲ ਵੀ ਨਾ ਕਰ। ਕੀਚੈ ਦਾ ਅਰਥ ਹੈ ਕਰਨਾ, ਬਿਲਕੁਲ ਨਹੀਂ ਕਰਨਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਜਿਸ ਕੰਮ ਦੇ ਕੀਤਿਆਂ ਆਖਰ ਹੱਥ ਮਲਣੇ ਪੈਣ, ਉਹ ਕੰਮ ਕਦੇ ਵੀ ਕਰਨਾ ਨਹੀਂ ਚਾਹੀਦਾ ਹੈਗਾ। ਸਗੋਂ ਕੀ ਕਰਨਾ ਚਾਹੀਦਾ ਹੈ? ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਭਾਈ ਤੂੰ ਸਤਿਗੁਰੂ ਦੀ ਸਿੱਖਿਆ, ਉਪਦੇਸ਼ ਦਾ ਇੱਥੇ ਅਰਥ ਕੀ ਹੈ? ਸਿੱਖਿਆ, ਗਿਆਨ। ਸਤਿਗੁਰੂ ਦਾ ਉਪਦੇਸ਼ ਗੌਰ ਨਾਲ ਸੁਣ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਇਹ ਗੁਰ ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ, ਇਹ ਤੇਰੇ ਨਾਲ ਜਾਏਗਾ, ਇਹ ਉਪਦੇਸ਼ ਨਿਭੇਗਾ, ਇਹ ਸਿੱਖਿਆ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਨਾਨਕ ਆਖਦਾ ਹੈ ਕਿ ਹੇ ਮੇਰੇ ਪਿਆਰੇ ਮਨ, ਜੇ ਤੂੰ ਆਨੰਦ ਲੋੜਦਾ ਹੈ ਤਾਂ ਸਦਾ ਥਿਰ ਪਰਮਾਤਮਾ ਨੂੰ ਹਰ ਵੇਲੇ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪ੍ਰਭੂ ਦੇ ਗੁਣਾਂ ਨੂੰ ਆਪਣੇ ਅੰਦਰ ਸਾਂਭ ਲੈ। ਹਾਂਜੀ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ। ਕਿਆ ਕੋ ਆਖ ਬਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ। ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ। ਤੇਰਾ ਅੰਤ ਨਾ ਪਾਇਆ। ਵਾਹਿਗੁਰੂ। ਇਹਦਾ ਪਾਠ ਕਰਨਾ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹਿ ਨਾਨਕ
ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। तो गुरु साहब कह रहे ने अगम अगोचरा तेरा अंत ना पाया। अगम का अर्थ हुंदा हे अपहुंच प्रभु, अगोचरा का अर्थ हुंदा हे अगोचर पाओ। अगोचर का अर्थ है जिस तक ज्ञान इंद्रियां की पहुंच ना हो सके ओ हरि। सो गुरुदेव पातशाह कहते ने हे प्यारे मन सदा प्रभु नूं अपने अंदर संभाल के रख ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ, हे अपहुंच हरि, हे ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਲੱਭਾ ਹੈ। ਅਗੰਮ ਅਗੋਚਰਾ ਤੇਰਾ ਅੰਤ ਨ ਪਾਇਆ। ਜਦੋਂ ਰੱਬ ਨਾਲ ਗੱਲਾਂ ਕਰੋਗੇ ਨਾ ਫਿਰ ਆਪਣੇ ਆਪ ਹੀ ਅਰਥ ਆ ਜਾਣ ਸੌਖਾ। ਜਦੋਂ ਸਾਨੂੰ ਸਮਝ ਆ ਗਈ ਵੀ ਅਗੰਮ ਅਗੋਚਰ ਉਹ ਪ੍ਰਭੂ ਹੈ, ਫਿਰ ਅਸੀਂ ਉਹਦੇ ਨਾਲ ਬਾਤਾਂ ਕਰਾਂਗੇ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਅਸੀਂ ਕਹਿੰਦੇ ਵੀ ਇਹ ਬੰਦੇ ਦਾ ਭੇਦ ਨਹੀਂ ਲੱਭਿਆ ਹੈਗਾ, ਬੜਾ ਮੁਸ਼ਕਿਲ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਰੱਬ ਤੋਂ ਪਰੇ ਹੈ, ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈਗਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਦੇਵ ਕਹਿੰਦੇ ਨੇ ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ। ਆਪਣੇ ਅਸਲ ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖੀਰ ਨਹੀਂ ਲੱਭ ਸਕਦਾ, ਅੰਤ ਨਹੀਂ ਲੱਭ ਸਕਦਾ ਹੈਗਾ। ਕਹਿਣ ਲੱਗੇ ਗੁਰਦੇਵ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਕੋਈ ਹੋਰ ਜੀਵ ਤੇਰੇ ਗੁਣਾਂ ਨੂੰ ਆਖ ਕੇ ਬਿਆਨ ਕਰੇ ਵੀ ਕਿਸ ਤਰ੍ਹਾਂ, ਕਿਵੇਂ ਬਿਆਨ ਕਰੇ। ਇਹ ਸਾਰੇ ਜੀਵ ਤਾਂ ਤੇਰਾ ਹੀ ਰਚਿਆ ਹੋਇਆ ਇੱਕ ਖੇਲ ਹੈ। ਸਭ ਦਾ ਇੱਥੇ ਅਰਥ ਹੈ ਸਾਰੇ, ਵਖਾਣੇ ਵਖਾਣੇ ਬਿਆਨ ਕਰੇ, ਠੀਕ ਹੈ ਜੀ। ਸੋ ਗੁਰਦੇਵ ਕਹਿੰਦੇ ਨੇ ਆਖੈਂ ਤਾਂ ਵੇਖੈਂ ਸਭ ਤੂੰ ਹੈ ਜਿਨ ਜਗਤ ਉਪਾਇਆ। ਆਖੈਂ ਤੂੰ ਆਖਦਾ ਹੈ, ਤੂੰ ਬੋਲਦਾ ਹੈ, ਵੇਖੈਂ ਤੂੰ ਸੰਭਾਲ ਕਰਦਾ ਹੈ, ਜਿਸ ਤੈ ਨੇ ਹਰੇਕ ਜੀਵ ਵਿੱਚ ਤੂੰ ਆਪ ਹੀ ਬੋਲਦਾ ਹੈ, ਕੋਈ ਹੋਰ ਥੋੜਾ ਨਾ ਬੋਲ ਰਿਹਾ। ਅਸੀਂ ਰੱਬੀ ਬਾਣੀ ਵਿੱਚ ਪੜ੍ਹਦੇ ਹਾਂ ਨਾ, ਜਿਉਂ ਬੁਲਾਵੇ ਤੂੰ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ, ਠੀਕ ਹੈ, ਜਾਂ ਨਾਨਕ ਦਾਸ ਬੋਲੇ ਵਾਲੀ ਗੱਲ। ਸੋ ਉਹੀ ਗੱਲ ਹੈ ਇੱਥੇ ਕਿ ਗੁਰਦੇਵ ਕਹਿੰਦੇ ਨੇ ਹਰੇਕ ਜੀਵ ਵਿੱਚ ਤੂੰ ਆਪ ਹੀ ਬੋਲਦਾ ਹੈ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈ, ਤੂੰ ਹੀ ਕਰਦਾ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈਗਾ। ਗੁਰਦੇਵ ਕਹਿੰਦੇ ਨੇ ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਕਿ ਨਾਨਕ ਆਖਦਾ ਹੈ ਕਿ हे ਮੇਰੇ ਪਿਆਰੇ ਮਨ, ਪ੍ਰਭੂ ਅੱਗੇ ਇਉਂ ਅਰਜ਼ੋਈ ਕਰ, ਇਉਂ ਬੇਨਤੀ ਕਰ, ਤੂੰ ਸਦਾ ਅਪਹੁੰਚ ਹੈ, ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ ਅੰਤ ਨਹੀਂ ਲੱਭਾ ਹੈ। ਸੋ ਆਓ ਇੱਕ ਪੌੜੀ ਹੋਰ ਦਾ ਪਾਠ ਆਪਾਂ ਸਰਵਣ ਕਰਦੇ ਹਾਂ। ਹਾਂਜੀ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਣ ਆਇਆ। ਲਬ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੈ ਨਾਨਕ ਜਿਸਨੂੰ ਆਪ ਟੁੱਟਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ। ਹਾਂਜੀ, ਬਹੁਤ ਵਧੀਆ ਪਾਠ ਕੀਤਾ ਹੈ। ਸੋ ਗੁਰੂ ਸਵਾਰਿਓ, ਸਤਿਗੁਰੂ ਕਹਿੰਦੇ ਨੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਦਾ ਅਰਥ ਕੀ ਹੁੰਦਾ ਹੈ? ਦੇਵਤੇ। ਮੁਨ ਜਨ ਮੁਨੀ ਲੋਕ, ਰਿਸ਼ੀ ਲੋਕ। ਅੰਮ੍ਰਿਤ ਆਤਮਿਕ ਆਨੰਦ ਦੇਣ ਵਾਲਾ ਨਾਮ ਜਲ। ਆਤਮਿਕ ਆਨੰਦ ਇੱਕ ਐਸਾ ਅੰਮ੍ਰਿਤ ਹੈ ਜਿਸ ਨੂੰ ਦੇਵਤੇ ਮਨੁੱਖ ਮੁਨੀ ਲੋਕ ਲੱਭਦੇ ਫਿਰਦੇ ਹਨ, ਪਰ ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ, ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਠੀਕ ਹੈ। ਸਵਾਲ ਵੀ ਆ ਸਕਦਾ ਹੈ ਵੀ ਅੰਮ੍ਰਿਤ ਦੀ ਭਾਲ ਵਿੱਚ ਕੌਣ ਕੌਣ ਫਿਰਦੇ ਨੇ, ਜਾਂ ਅੰਮ੍ਰਿਤ ਕਿਸ ਤੋਂ ਪ੍ਰਾਪਤ ਹੋ ਸਕਦਾ ਹੈਗਾ। ਸੋ ਸਾਰੀਆਂ ਗੱਲਾਂ ਤੇ ਤੁਸੀਂ ਧਿਆਨ ਦੇਣਾ ਹੈਗਾ। ਗੁਰਦੇਵ ਕਹਿੰਦੇ ਨੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਇੱਥੇ ਗੁਰ ਦੇ ਰਾਰੇ ਨੂੰ ਸਿਖਾਰੀ ਹੈ, ਗੁਰੂ ਨੇ, ਕਰਤਾ ਨੇ, ਇਹ ਕਰਤਾ ਪੁਰ ਕਰਕੇ ਲੱਗੀ ਹੋਈ ਹੈ। ਜਿਵੇਂ ਬਹੁਤ ਥਾਵਾਂ ਤੇ ਆਉਂਦਾ ਸਤਿਗੁਰ,
ਸਾਚੈ ਦੀਆ ਭੇਜ ਸਤਿਗੁਰੂ ਨੇ, ਠੀਕ ਹੈ, ਜਾਂ ਗੁਰ ਚੇਲੇ ਗੁਰੂ ਨੇ, ਉੱਥੇ ਵੀ ਸਿਹਾਰੀ ਹੈਗੀ ਹੈ। ਸੋ ਇਸ ਤਰ੍ਹਾਂ ਪਿਆਰਿਓ ਇੱਥੇ ਸਿਹਾਰੀ, ਇੱਥੇ ਅਰਥ ਹੈ ਗੁਰੂ ਨੇ। ਦੇਖੋ ਸਵਾਲ ਆ ਸਕਦਾ ਹੈ ਤੇ ਗੁਰ ਦੇ ਰਾਰੇ ਨੂੰ ਸਿਹਾਰੀ ਤਾਂ ਉਹਦੇ ਕੀ ਅਰਥ ਹੋਣਗੇ, ਠੀਕ ਹੈ, ਜਾਂ ਗੁਰ ਦੇ ਰਾਰੇ ਨੂੰ ਔਂਕੜ ਤਾਂ ਉਹਦੇ ਅਰਥ ਕੀ ਹੋਣਗੇ, ਠੀਕ ਹੈ ਜੀ, ਗੁਰ ਦੇ ਰਾਰੇ ਨੂੰ ਦੁਲੈਂਕੜ ਗੁਰੂ ਤਾਂ ਉਹਦੇ ਕੀ ਅਰਥ ਹੋਣਗੇ। ਇਸ ਤਰ੍ਹਾਂ ਇਹ ਵਿਆਕਰਣਿਕ ਤੌਰ ਤੇ ਸਵਾਲ ਆਏ ਤਾਂ ਧਿਆਨ ਰੱਖਣਾ ਪਏਗਾ ਤੁਹਾਨੂੰ। ਸੋ ਗੁਰਦੇਵ ਕਹਿੰਦੇ ਨੇ ਜਿਸ ਮਨੁੱਖ ਉੱਤੇ ਗੁਰੂ ਨੇ ਮਿਹਰ ਕੀਤੀ ਉਸਨੇ ਇਹ ਅੰਮ੍ਰਿਤ ਪ੍ਰਾਪਤ ਕਰ ਲਿਆ, ਕਿਉਂਕਿ ਉਸਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿੱਚ ਟਿਕਾ ਲਿਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਿਆ। ਗੁਰਦੇਵ ਕਹਿੰਦੇ ਨੇ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ। ਇੱਥੇ ਇੱਕ ਦਾ ਅਰਥ ਇੱਕ, ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਨਹੀਂ ਹੈ, ਇੱਥੇ ਅਰਥ ਹੈ ਕਈ, ਠੀਕ ਹੈ। ਆਮ ਉਚਾਰਨ ਵਿੱਚ ਲੱਗ ਰਿਹਾ ਸਾਨੂੰ ਕਿ ਇੱਕ ਦਾ ਅਰਥ ਇੱਕ ਹੋਏਗਾ, ਪਰ ਇੱਥੇ ਕਈ ਹੈਗਾ। ਇਹਦੇ ਅਰਥ ਸੁਣੋ, हे ਪ੍ਰਭੂ ਸਾਰੇ ਜੀ ਜੰਤ ਤੂੰ ਹੀ ਪੈਦਾ ਕੀਤੇ ਹਨ, ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈ। ਤੇਰੀ ਪ੍ਰੇਰਨਾ ਨਾਲ ਹੀ ਕਈ ਜੀਵ ਗੁਰੂ ਦਾ ਦੀਦਾਰ ਕਰਕੇ ਉਸ ਦੇ ਚਰਨ ਛੋਹਣ ਆਉਂਦੇ ਹਨ। ਇੱਕ ਵੇਖ ਪਰਸਣ ਆਇਆ, ਠੀਕ ਹੈ ਜੀ, ਵੀ ਕਈ ਜੀਵ ਗੁਰੂ ਦੇ ਦੀਦਾਰੇ, ਠੀਕ ਹੈ ਜੀ, ਕਰਨ ਵਾਸਤੇ ਜਾਂ ਚਰਨ ਛੋਹਣ ਆਉਂਦੇ ਹਨ। ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਇਹਦੇ ਜ਼ੋਰ ਨਹੀਂ ਦੇਣਾ, ਤੇ ਭੱਲਾ ਨਹੀਂ ਕਰਨਾ, ਠੀਕ ਹੈ। ਨਹੀਂ ਤਾਂ ਕਈ ਵਾਰ ਕੀ ਹੁੰਦਾ ਹੈ, ਉਹ ਕਈ ਲੋਕ ਨਾ ਇਹਨੂੰ ਦੂਜੇ ਪਾਸੇ ਲੈ ਜਾਂਦੇ, ਗੁਰੂ ਅਮਰਦਾਸ ਜੀ ਦਾ ਜਿਹੜਾ ਉਹ ਭੱਲਿਆਂ ਦੀ ਗੋਤ ਵਿੱਚ ਹੈ ਨਾ, ਇਸ ਕਰਕੇ ਇਹਦਾ ਉਹ ਅਰਥ ਬਣਦਾ ਹੀ ਨਹੀਂ ਹੈ। ਭਲਾ ਦਾ ਅਰਥ ਚੰਗਾ ਬਸ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ, ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਲੱਭ ਲੋਭ ਤੇ ਹੰਕਾਰ ਦੂਰ ਹੋ ਜਾਂਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਨਾਨਕ ਆਖਦਾ ਹੈ। ਪਾਉ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਖਦੇ ਹਨ ਕਿ ਪ੍ਰਭੂ ਜਿਸ ਮਨੁੱਖ ਉੱਤੇ ਪ੍ਰਸੰਨ ਹੁੰਦਾ ਹੈ ਉਸ ਮਨੁੱਖ ਨੇ ਆਤਮਿਕ ਆਨੰਦ ਰੂਪ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈਗਾ ਹੈ। ਸੋ ਆਤਮਿਕ ਆਨੰਦ ਜਾਂ ਨਾਮ ਅੰਮ੍ਰਿਤ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ? ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਨਹੀਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਆਤਮਿਕ ਆਨੰਦ ਦੀ ਜਾਂ ਨਾਮ ਅੰਮ੍ਰਿਤ ਦੀ ਭਾਲ ਦੇ ਵਿੱਚ ਚੰਗੇ ਚੰਗੇ ਰਿਸ਼ੀ ਮੁਨੀ ਦੇਵਤੇ ਜਿਹੜਾ ਹੈ ਉਹ ਇੱਧਰ ਉੱਧਰ ਭਰਮਦੇ ਰਹੇ, ਪਰ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰੂ ਕੋਲੋਂ ਹਾਸਲ ਹੋਣਾ ਸੀਗਾ। ਸੋ ਗੁਰੂ ਸਵਾਰਿਓ, ਅੱਜ ਦੀ ਇੰਨੀ ਸੇਵਾ ਪ੍ਰਵਾਨ ਕਰ ਲੈਣੀ। ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ, ਔਰ ਖਾਸ ਧੰਨਵਾਦ ਹੈ ਭੈਣ ਜੀ ਦਾ ਜਿਹੜੇ ਪਾਠ ਕਰ ਰਹੇ ਸੀ, ਉਹਨਾਂ ਨੇ ਹਿੰਮਤ ਜੁਟਾਈ ਹੈ। ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਵੀਰ ਜਾਂ ਭੈਣ ਕੋਈ ਪਾਠ ਕਰੇ, ਤਾਂ ਕਿ ਜਿੱਥੇ ਅਸੀਂ ਇੱਥੇ ਇੱਕ ਖਾਲੀ ਕੋਈ ਇਨਾਮ ਦੇ ਲਾਲਚ ਵਿੱਚ ਨਹੀਂ ਬੈਠੇ ਆ ਜਾਂ ਪੇਪਰ ਦੇਣ ਵਾਸਤੇ। ਸਾਡਾ ਮਕਸਦ ਹੈ ਗੁਰਬਾਣੀ ਨੂੰ ਪੜ੍ਹਨਾ ਔਰ ਪੜ੍ਹਾਉਣਾ, ਕਿਉਂਕਿ ਜੀਵਨ ਦਾ ਮਕਸਦ ਹੀ ਇਹ ਹੈ ਆਇਓ ਸੁਣਨ ਪੜ੍ਹਨ ਕੋ ਬਾਣੀ, ਠੀਕ ਹੈ ਨਾ। ਸੋ ਗੁਰੂ ਸਾਹਿਬ ਕਹਿੰਦੇ ਵੀ ਬਾਣੀ ਨੂੰ ਵੱਧ ਤੋਂ ਵੱਧ ਸੁਣੀਏ ਅਤੇ ਪੜ੍ਹੀਏ। ਸੋ ਸਾਡੇ ਕੋਲੋਂ ਉਚਾਰਨ ਕਰਦਿਆਂ ਹੋਇਆਂ ਜਾਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਆਪ ਜੀ ਨੇ ਨਾ ਚਿਤਾਰਨੀਆਂ। ਗੁਰੂ ਕੀ ਕੋਈ ਗੱਲ ਚੰਗੀ ਲੱਗੀ ਹੋਵੇ ਆਪਣੇ ਹਿਰਦੇ ਵਿੱਚ ਵਸਾਇਓ ਜੀ। ਹੋਈਆਂ ਭੁੱਲਾਂ ਦੀ ਬਾਰ-ਬਾਰ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।